Students, Vaheguru Ji Ka Khalsa, Vaheguru Ji Ki Fateh. Today we are going to start your next chapter, that is reaching the age of adolescence. यानी कि adolescence ਦਾ ਮਤਲਬ ਜੇਕਰ ਅਸੀਂ ਪੰਜਾਬੀ 'ਚ ਲਈਏ ਇਹਦਾ ਮਤਲਬ ਹੈ ਜਵਾਨੀ। ਕਿ ਜਵਾਨੀ ਦੇ ਵਿੱਚ ਜਿਹੜਾ ਬੱਚਾ ਵਾ ਉਹ ਕਦੋਂ ਪਤਾ ਲੱਗਦਾ ਹੈ ਕਿ ਬੱਚਾ ਜਵਾਨ ਹੋ ਗਿਆ, ਅਡੋਲਸੈਂਟ ਹੋ ਗਿਆ, ਇਸ ਬਾਰੇ ਅਸੀਂ ਇਸ ਚੈਪਟਰ ਦੇ ਵਿੱਚ ਪੜਾਂਗੇ। We have already learnt in the previous chapter that animals reproduce and how these animals reproduce, ਕਿ animals ਜਿਹੜੇ ਜਾਨਵਰ ਆ ਉਹ ਆਪਣੇ ਵਰਗੇ ਹੋਰ ਕਿਵੇਂ ਪੈਦਾ ਕਰਦੇ ਆ। ਤੇ ਇਹ ਉਦੋਂ ਹੀ ਪੈਦਾ ਕਰਦੇ ਆ ਜਦੋਂ ਇੱਕ ਖਾਸ ਏਜ ਤੱਕ ਗਰੋ ਕਰ ਜਾਣ। ਇਹਨਾਂ ਦੇ ਵਿੱਚ ਗਰੋਇੰਗ ਅਪ ਜਿਹੜੀ ਆ ਉਹ ਇੱਕ ਸਰਟੇਨ ਏਜ ਤੱਕ ਹੁੰਦੀ ਆ। ਆਈਦਰ ਦੇ ਆਰ ਹਿਊਮਨ ਬੀਇੰਗਸ ਔਰ ਐਨੀਮਲਸ। ਅਤੇ ਜਦੋਂ ਉਹ ਉਸ ਏਜ ਤੱਕ ਪਹੁੰਚ ਜਾਂਦੇ ਆ ਅਤੇ ਫਿਰ ਉਸ ਤੋਂ ਬਾਅਦ ਉਹ ਰੀਪਰੋਡਿਊਸ ਕਰਦੇ। ਹੁਣ ਉਹ ਕਿਹੜੀ ਏਜ ਹੁੰਦੀ ਆ ਆਪਾਂ ਪੜ੍ਹਾਂਗੇ ਅੱਗੋਂ ਕਿ ਕਦੋਂ ਉਹਨਾਂ ਦੇ ਵਿੱਚ ਜਿਹੜੇ ਰੀਪਰੋਡਕਟਿਵ ਆਰਗਨਸ ਆ ਉਹ ਮੈਚਿਓਰ ਹੁੰਦੇ ਆ। ਹਿਊਮਨ ਬੀਇੰਗਸ ਜਿਹੜੇ ਆ, ਹੁਣ ਇੱਥੇ ਕੁਐਸਚਨ ਆ ਕਿ ਵਾਈ ਕੈਨ ਹਿਊਮਨਸ ਰੀਪਰੋਡਿਊਸ ਓਨਲੀ ਆਫਟਰ ਏ ਸਰਟਨ ਏਜ, ਕਿ ਹਿਊਮਨਸ ਜਿਹੜੇ ਆ ਉਹ ਇੱਕ ਖਾਸ ਏਜ ਦੇ ਬਾਅਦ ਹੀ ਕਿਉਂ ਰੀਪਰੋਡਿਊਸ ਕਰਦੇ ਆ। ਇਹ ਆਪਾਂ ਇਸ ਦਾ ਆਨਸਰ ਇਹਦੇ 'ਚ ਫਾਈਂਡ ਆਊਟ ਕਰਾਂਗੇ। ਨੈਕਸਟ ਕਿ ਇਸ ਚੈਪਟਰ ਦੇ ਵਿੱਚ ਅਸੀਂ ਹੋਰ ਕਾਹਦੇ ਬਾਰੇ ਪੜ੍ਹਨਾ ਵਾ, ਦਾ ਚੇਂਜਸ ਦੈਟ ਟੇਕ ਪਲੇਸ ਇਨ ਦਾ ਹਿਊਮਨ ਬੋਡੀ ਆਫਟਰ ਵਿਚ ਏ ਪਰਸਨ ਬਿਕਮਸ ਕੈਪੇਬਲ ਆਫ ਰੀਪਰੋਡਕਸ਼ਨ। ਕਿ ਇਸ ਚੈਪਟਰ ਦੇ ਵਿੱਚ ਅਸੀਂ ਹਿਊਮਨ ਬੋਡੀ ਦੇ ਵਿੱਚ ਜਿਹੜੇ ਬਦਲਾਅ ਆਉਂਦੇ ਆ ਜਿਨ੍ਹਾਂ ਤੋਂ ਬਾਅਦ ਜਿਹੜਾ ਇੱਕ ਪਰਸਨ ਆ ਉਹ ਰੀਪਰੋਡਿਊਸ ਕਰਨ ਦੇ, ਯਾਨੀ ਕਿ ਆਪਣੇ ਵਰਗੇ ਹੋਰ ਪੈਦਾ ਕਰਨ ਦੇ ਯੋਗ ਹੋ ਜਾਂਦਾ ਵਾ, ਉਹ ਆਪਾਂ ਚੇਂਜਿਸ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ। ਦੈਨ in chapter 9 you have already learnt that human reproductive organs, ਆਪਾਂ ਪੜ੍ਹਿਆ ਸੀ ਨਾ 9th ਚੈਪਟਰ ਦੇ ਵਿੱਚ ਮੇਲ ਦੇ ਰੀਪਰੋਡਕਟਿਵ ਆਰਗਨਸ ਐਂਡ ਫੀਮੇਲ ਦੇ ਰੀਪਰੋਡਕਟਿਵ ਆਰਗਨਸ। ਇਸ ਚੈਪਟਰ ਦੇ ਵਿੱਚ ਅਸੀਂ ਫਿਰ ਕੀ ਡਿਸਕਸ ਕਰਾਂਗੇ ਕਿ ਹਾਰਮੋਨਸ ਦੇ ਬਾਰੇ ਜਿਹੜੀ ਐਕਸਪਲੇਨੇਸ਼ਨ ਆ ਉਹ ਅੱਗੋਂ ਆਪਾਂ ਪੜ੍ਹਾਂਗੇ ਕਿ ਹਾਰਮੋਨਸ ਹੁੰਦੇ ਕੀ ਆ। ਅਤੇ ਇਹ ਜਿਹੜੀਆਂ ਸਾਡੀ ਬਾਡੀ ਦੇ ਵਿੱਚ ਮੇਲ ਜਾਂ ਫੀਮੇਲ ਜਾਂ ਹੋਰ ਐਨੀਮਲਸ ਦੇ ਵਿੱਚ ਜਿਹੜੀਆਂ ਚੇਂਜਿਸ ਆਉਂਦੀਆਂ ਬਾਡੀ ਦੇ ਵਿੱਚ, ਉਹਦੇ 'ਚ ਕਿਵੇਂ ਇੱਕ ਜਿਹੜਾ ਚਾਈਲਡ ਆ ਦੈਟ ਇਜ਼ ਗਰੋ ਇਨਟੂ ਐਨ ਅਡਲਟ, ਯਾਨੀ ਕਿ ਇੱਕ ਬੱਚਾ ਅਡਲਟ ਕਿਵੇਂ ਬਣਦਾ ਵਾ, ਕਿਵੇਂ ਹੁੰਦਾ ਵਾ, ਕਿਹੜੀਆਂ ਚੇਂਜਿਸ ਆਉਂਦੀਆਂ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਬੱਚਾ ਜਿਹੜਾ ਹੁਣ ਗਰੋ ਕਰ ਗਿਆ ਵਾ, ਅਡਲਟ ਹੋ ਗਿਆ ਵਾ। ਨਾਓ ਡੈਫੀਨੇਸ਼ਨ ਆਫ ਅਡੋਲਸੈਂਸ ਐਂਡ ਪਿਊਬਰਟੀ, ਕਿ ਅਡੋਲਸੈਂਸ ਕੀ ਆ, ਐਗਜ਼ੈਕਟ ਉਹਦੀ ਡੈਫੀਨੇਸ਼ਨ ਸਾਨੂੰ ਇੱਥੇ ਦੱਸੀ ਆ, ਐਂਡ ਪਿਊਬਰਟੀ। ਹੁਣ ਕੀ ਆ ਕਿ ਬੂਝੋ ਜਿਹੜਾ ਵਾ, ਬੂਝੋ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ ਹੀ ਇਜ਼ ਦਾ ਕਰੈਕਟਰ ਆਫ ਯੂਅਰ ਬੁੱਕ, ਕਿ ਉਹ ਆਪਣਾ 12th ਬਰਥਡੇ ਮਨਾਉਂਦਾ ਵਾ, ਸੈਲੀਬ੍ਰੇਟ ਕਰਦਾ ਵਾ। ਜਦੋਂ ਉਹਦੇ ਦੋਸਤ ਚਲ ਜਾਂਦੇ ਆ ਅਤੇ ਬੂਝੋ ਅਤੇ ਪਹੇਲੀ ਜਿਹੜੇ ਆ ਦੋਨੋਂ ਹੀ ਕਰੈਕਟਰ ਆ ਤੁਹਾਡੀ ਬੁੱਕ ਦੇ, ਉਹ ਆਪਣੇ ਪੇਰੈਂਟਸ ਦੇ ਨਾਲ ਗੱਲਾਂ ਬਾਤਾਂ ਸ਼ੁਰੂ ਕਰ ਦਿੰਦੇ ਆ। ਅਤੇ ਪਹੇਲੀ ਜਿਹੜੀ ਆ ਉਹ ਕਿਹੜੇ ਸਕੂਲ 'ਚ ਪੜ੍ਹਦੀ ਆ, ਕੁੜੀਆਂ ਵਾਲੇ ਸਕੂਲਸ, ਯਾਨੀ ਕਿ ਜਿੱਥੇ ਸਿਰਫ ਗਰਲਸ ਜਾਂਦੀਆਂ ਉੱਥੇ ਪੜ੍ਹਦੀ ਆ। ਅਤੇ ਉਹ ਹੱਸਣਾ ਸ਼ੁਰੂ ਕਰ ਦਿੰਦੀ ਆ। ਕਿਉਂਕਿ ਉਹ ਕੀ ਦੇਖਦੀ ਆ ਕਿ 1 ਸਾਲ ਦੇ ਬਾਅਦ ਜਦੋਂ ਉਹ ਬੂਝੋ ਦੇ ਦੋਸਤਾਂ ਨੂੰ ਮਿਲੀ ਆ ਅਤੇ ਉਹਨਾਂ ਦੀ ਜਿਹੜੀ ਹਾਈਟ ਆ ਉਹ ਇੱਕਦਮ ਗਰੋ ਕਰ ਗਈ ਆ, ਸਡਨਲੀ ਸ਼ਾਰਟ ਅਪ ਇਨ ਹਾਈਟ, ਕਿ ਬੱਚੇ ਜਿਹੜੇ ਆ ਉਹਨੂੰ ਮੁੰਡੇ ਜਿਹੜੇ ਆ ਉਹਨੂੰ ਲੰਬੇ ਲੱਗੇ। ਅਤੇ ਕੁਛ ਜਿਹੜੇ ਸੀਗੇ ਉਹ ਤਾਂ ਉਹਨੂੰ ਬਹੁਤ ਹੀ ਫਨੀ ਲੱਗੇ। ਕਿਉਂ ਫਨੀ ਲੱਗੇ ਕਿ ਉਹਨਾਂ ਦੇ ਲਿਪਸ ਦੇ ਉੱਪਰ ਇੱਕ ਹੇਅਰੀ ਲਾਈਨ, ਯਾਨੀ ਕਿ ਵਾਲ ਜਿਹਨੂੰ ਕਹਿੰਦੇ ਮੁੱਛ ਜਿਹੜੀ ਆ ਉਹ ਗਰੋ ਕਰ ਗਈ ਆ। ਅਤੇ ਫਿਰ ਉਹਦੇ ਮਦਰ ਉਹਨੂੰ ਕੀ ਦੱਸਦੇ ਆ, ਸਮਝਾਉਣ ਦੇ ਲਈ ਉਹਨੂੰ ਕੀ ਐਕਸਪਲੇਨ ਕਰਦੇ ਆ ਕਿ ਇਹ ਜਿਹੜੇ ਬੋਆਇਜ਼ ਆ ਦੇ ਹੈਡ ਗਰੋਨ ਅਪ, ਯਾਨੀ ਕਿ ਇਹਨਾਂ ਦੇ ਵਿੱਚ ਵਿਕਾਸ ਹੋਇਆ ਵਾ, ਇਹਨਾਂ ਦੀ ਬਾਡੀ ਦੇ ਵਿੱਚ ਡਿਵੈਲਪਮੈਂਟ ਹੋਈ ਆ।
ਹੁਣ ਗਰੋਥ ਜਿਹੜੀ ਆ, ਵਾਧਾ ਜਿਹੜਾ ਵਾ, ਵਿਕਾਸ ਜਿਹੜਾ ਵਾ, ਉਹ ਜਦੋਂ ਅਸੀਂ ਜਨਮ ਲੈਂਦੇ ਹਾਂ ਫਰੋਮ ਦਾ ਡੇ 1 ਇਜ਼ ਬੋਰਨ, ਕਿ ਜਦੋਂ ਬੱਚਾ ਪਹਿਲੇ ਦਿਨ ਤੋਂ ਜਨਮ ਲੈਂਦਾ ਉਹਦੇ ਤੋਂ ਉਦੋਂ ਹੀ ਗਰੋਥ ਜਿਹੜੀ ਉਹਦੀ ਬਾਡੀ ਦੇ ਵਿੱਚ ਸ਼ੁਰੂ ਹੋ ਜਾਂਦੀ ਆ। ਅਤੇ ਉਸ ਤੋਂ ਬਾਅਦ ਜਦੋਂ ਉਹ ਬੱਚਾ 10 ਜਾਂ 11 ਸਾਲ ਦਾ ਹੁੰਦਾ ਵਾ ਅਤੇ ਉਹਦੀ ਜਿਹੜੀ ਗਰੋਥ ਆ, ਵਾਧਾ ਵਾ, ਉਹਦੇ 'ਚ ਅਚਾਨਕ ਇੱਕਦਮ ਮਤਲਬ ਕਿ ਉਹ ਗਰੋ ਕਰ ਜਾਂਦਾ ਵਾ, ਵੱਡਾ ਵੱਡਾ ਸਾਨੂੰ ਲੱਗਣ ਲੱਗ ਜਾਂਦਾ ਕਿ ਜਿਹੜਾ ਅਸੀਂ ਉਹਨੂੰ ਨੋਟਿਸ ਕਰਦੇ ਹਾਂ ਕਿ ਵਾਕਈ ਜਿਹੜਾ ਬੱਚਾ ਵਾ ਉਹ ਗਰੋ ਕਰਨਾ ਸ਼ੁਰੂ। ਕਦੋਂ? ਆਫਟਰ ਦਾ ਏਜ ਆਫ 10 ਔਰ 11। ਹੁਣ ਉਹਨਾਂ ਦੀ ਬਾਡੀ ਦੇ ਵਿੱਚ, ਬੱਚਿਆਂ ਦੀ ਬਾਡੀ ਦੇ ਵਿੱਚ ਜਿਹੜੀਆਂ ਚੇਂਜਿਸ ਆ ਉਹ ਹੁੰਦੀਆਂ ਵਾ ਐਂਡ ਦੇ ਆਰ ਦਾ ਪਾਰਟ ਆਫ ਗਰੋਇੰਗ ਅਪ, ਯਾਨੀ ਕਿ ਉਹ ਜਿਹੜੇ ਬਦਲਾਅ ਹੁੰਦੇ ਆ ਉਸ ਬੱਚੇ ਦੀ ਬਾਡੀ ਦੇ ਵਿੱਚ, ਉਹਦੇ ਨਾਲ ਕੀ ਆ ਕਿ ਜਿਹੜੀ ਸਾਡੀ ਬਾਡੀ ਆ ਉਹਦਾ ਗਰੋਇੰਗ ਅਪ ਹੋਣ ਦਾ ਪਤਾ ਲੱਗਦਾ ਕਿ ਉਹਨਾਂ ਚੇਂਜਿਸ ਕਰਕੇ ਸਾਨੂੰ ਅਨੁਮਾਨ ਹੋ ਜਾਂਦਾ ਵਾ ਕਿ ਵਾਕਈ ਬੱਚਾ ਜਿਹੜਾ ਵਾ ਉਹ ਵੱਧ ਰਿਹਾ ਵਾ। ਦੇ ਇੰਡੀਕੇਟ ਦੈਟ ਯੂ ਨੋ ਲੋਂਗਰ ਏ ਚਾਈਲਡ। ਫਿਰ ਉਹ ਜਿਹੜੀਆਂ ਚੇਂਜਿਸ ਆਉਂਦੀਆਂ ਬੱਚੇ ਦੇ ਵਿੱਚ ਉਹ ਸਾਨੂੰ ਦੱਸਦੀਆਂ ਕਿ ਬੱਚਾ ਹੁਣ ਛੋਟਾ ਬੱਚਾ ਨਹੀਂ ਰਹਿ ਗਿਆ, ਉਹ ਅਡਲਟ ਯਾਨੀ ਕਿ ਵੱਡਾ ਹੋ ਗਿਆ ਹੈ। ਹੁਣ ਜਿਹੜੀ ਬੂਜੋ ਵਾ ਉਹ ਸੋਚਦਾ ਕਿ ਉਹ ਕਹਿੰਦਾ ਮੈਂ ਬਹੁਤ ਹੈਰਾਨ ਹਾਂ ਕਿ ਇਹ ਜਿਹੜਾ ਪੀਰੀਅਡ ਆ ਇਹ ਕਿਵੇਂ ਦੱਸਿਆ ਜਾਂਦਾ ਇਹਦੇ ਬਾਰੇ ਵਿੱਚ ਕਿ ਜਿਹੜਾ ਅਡੋਲਸੈਂਟ ਪੀਰੀਅਡ ਇਹ ਕਦੋਂ ਲਾਸਟ ਹੁੰਦਾ ਵਾ, ਮਤਲਬ ਕਦੋਂ ਇਹ ਖ਼ਤਮ ਹੁੰਦਾ ਵਾ। ਫਿਰ ਜਿਹੜੀ ਪਹੇਲੀ ਆ ਉਹ ਵੀ ਬੜੀ ਹੈਰਾਨ ਆ ਕਿ ਉਹ ਉਸ ਟਾਈਮ ਪੀਰੀਅਡ ਨੂੰ ਵੀ ਕੁਛ ਕਹਿੰਦੇ ਆ ਜਿਹੜਾ ਜਦੋਂ ਬੱਚਾ ਨਾ ਤਾਂ ਚਾਈਲਡ ਹੁੰਦਾ ਵਾ ਅਤੇ ਨਾ ਹੀ ਅਡਲਟ ਹੁੰਦਾ ਪੂਰੀ ਤਰ੍ਹਾਂ, ਮਤਲਬ ਉਸ ਸਟੇਜ ਵਿਚਲਾ ਜਿਹੜਾ ਟਾਈਮ ਪੀਰੀਅਡ ਉਹਨੂੰ, ਔਰ ਉਸ ਪੀਰੀਅਡ ਨੂੰ ਫਿਰ ਕੀ ਕਹਿੰਦੇ ਆ, ਯਾਨੀ ਕਿ ਜਦੋਂ ਬੱਚਾ ਚਾਈਲਡ ਵੀ ਨਹੀਂ ਰਹਿੰਦਾ ਅਤੇ ਅਡਲਟ ਵੀ ਨਹੀਂ ਹੁੰਦਾ। ਦਾ ਪੀਰੀਅਡ ਬਿਟਵੀਨ ਚਾਈਲਡਹੁੱਡ ਐਂਡ ਅਡਲਟਹੁੱਡ ਹੈਡ ਏ ਸਪੈਸ਼ਲ ਨੇਮ। ਉਹਨੂੰ ਕੀ ਆ, ਇੱਕ ਸਪੈਸ਼ਲ ਨੇਮ ਦਿੱਤਾ ਜਾਂਦਾ, ਉਹ ਆਪਾਂ ਅੱਗੋਂ ਪੜ੍ਹਾਂਗੇ। ਹੁਣ ਜਿਹੜਾ ਵਾਧਾ ਵਾ ਜਾਂ ਵਿਕਾਸ ਆ ਸਾਡੀ ਬਾਡੀ ਦਾ, ਦੈਟ ਇਜ਼ ਏ ਨੈਚੁਰਲ ਪ੍ਰੋਸੈਸ, ਕਿ ਕੁਦਰਤੀ, ਇਹ ਪਰਮਾਤਮਾ ਵੱਲੋਂ ਕੁਦਰਤੀ ਇੱਕ ਪ੍ਰੋਸੈਸ ਆ, ਇੱਕ ਵਿਧੀ ਆ ਜਿਹਦੇ ਨਾਲ ਅਸੀਂ ਗਰੋ ਕਰਦੇ ਹਾਂ। ਹੁਣ ਉਸ ਪੀਰੀਅਡ ਆਫ ਲਾਈਫ ਨੂੰ ਫਿਰ ਕੀ ਕਹਿੰਦੇ ਆ, ਜਿਹੜਾ ਜਿਵੇਂ ਇੱਥੇ ਪਹੇਲੀ ਨੇ ਕੁਐਸਚਨ ਕੀਤਾ ਕਿ ਵੈਨ ਦਾ ਬਾਡੀ ਅੰਡਰਗੋਜ਼ ਚੇਂਜਿਸ, ਜਦੋਂ ਸਾਡੀ ਬਾਡੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਆ ਐਂਡ ਲੀਡਿੰਗ ਟੂ ਰੀਪਰੋਡਕਟਿਵ ਮੈਚਿਓਰਿਟੀ, ਯਾਨੀ ਕਿ ਉਹਦੇ ਵਿੱਚ ਜਿਹੜੇ ਉਹਦੇ ਰੀਪਰੋਡਕਟਿਵ ਔਰਗਨਸ ਆ, ਜਿਵੇਂ ਆਪਾਂ ਪਿਛਲੇ ਚੈਪਟਰ 'ਚ ਪੜ੍ਹਿਆ ਸੀਗਾ ਕਿ ਮੇਲ ਦੇ ਰੀਪਰੋਡਕਟਿਵ ਔਰਗਨਸ ਜਿਹੜੇ ਆ ਉਹ ਟੈਸਟਿਸ ਆ, ਫੀਮੇਲ ਦੇ ਓਵਰੀਜ਼, ਅਤੇ ਜਦੋਂ ਉਹ ਦੋਨੋਂ ਹੀ ਜਿਹੜੇ ਆ ਉਹ ਗੈਮੈਟਸ ਪੈਦਾ ਕਰਨੇ ਸ਼ੁਰੂ ਕਰ ਦਿੰਦੇ ਆ, ਮੇਲ ਅਤੇ ਫੀਮੇਲ ਗੈਮੈਟਸ, ਅਤੇ ਉਹਨੂੰ ਅਸੀਂ ਫਿਰ ਉਸ ਟਾਈਮ ਪੀਰੀਅਡ ਨੂੰ ਕੀ ਕਹਿੰਦੇ ਆ, ਅਡੋਲਸੈਂਸ। ਕਲੀਅਰ? ਕਿ ਦਾ ਪੀਰੀਅਡ ਆਫ ਦਾ ਲਾਈਫ ਵੈਨ ਦਾ ਬਾਡੀ ਅੰਡਰਗੋ ਚੇਂਜਿਸ, ਕਿ ਉਹ ਲਾਈਫ ਦਾ ਪੀਰੀਅਡ ਜਦੋਂ ਜਿਹੜੀ ਬਾਡੀ ਆ ਬੱਚੇ ਦੀ ਉਹਦੇ ਵਿੱਚ ਬਦਲਾਅ ਆਉਣ ਅਤੇ ਉਹਦੇ 'ਚ ਰੀਪਰੋਡਕਟਿਵ ਮੈਚਿਓਰਿਟੀ ਜਿਹੜੀ ਆ ਜੇ, ਯਾਨੀ ਕਿ ਰੀਪਰੋਡਕਟਿਵ ਔਰਗਨਸ ਜਿਹੜੇ ਆ ਉਹ ਸਪਰਮ ਜਾਂ ਜਿਹੜੀ ਫੀਮੇਲ ਆ ਉਹ ਐਗ ਪੈਦਾ ਕਰਨੇ ਸ਼ੁਰੂ ਕਰਦੇ, ਉਸ ਟਾਈਮ ਪੀਰੀਅਡ ਨੂੰ ਆਪਾਂ ਕੀ ਕਹਿੰਦੇ ਆ, ਅਡੋਲਸੈਂਸ। ਅਡੋਲਸੈਂਸ ਹੁਣ ਸ਼ੁਰੂ ਕਦੋਂ ਹੁੰਦੀ ਆ? ਇਹ 11 ਸਾਲ ਤੋਂ ਸ਼ੁਰੂ ਹੋ ਜਾਂਦੀ, ਯਾਨੀ ਕਿ 11 ਸਾਲ ਤੋਂ ਬੱਚਿਆਂ ਦੀ ਬਾਡੀ ਦੇ ਵਿੱਚ ਚੇਂਜਿਸ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾ। ਅਤੇ ਲਾਸਟ ਕਦੋਂ ਹੁੰਦੀਆਂ, ਜਿਵੇਂ ਇੱਥੇ ਬੂਜੋ ਨੇ ਕੁਐਸਚਨ ਪੁੱਛਿਆ ਸੀਗਾ ਕਿ ਲਾਸਟ ਕਦੋਂ ਹੁੰਦੀ ਆ, 18 ਔਰ 19 ਈਅਰਸ ਆਫ ਏਜ, ਯਾਨੀ ਕਿ ਬੱਚਾ ਜਿਹੜਾ 11 ਸਾਲ ਤੋਂ ਲੈ ਕੇ 18-19 ਸਾਲ ਤੱਕ ਉਹਦੀ ਬਾਡੀ ਦੇ ਵਿੱਚ ਵਿਕਾਸ ਹੁੰਦਾ ਵਾ। ਫਿਰ ਉਸ ਤੋਂ ਬਾਅਦ ਉਹ ਇੱਕ ਅਡਲਟ ਬਣ ਜਾਂਦਾ ਵਾ ਅਤੇ ਫਿਰ ਉਹਦੇ ਵਿੱਚ ਕੋਈ ਵੀ ਜਿਹੜੀ ਤਬਦੀਲੀ ਆ ਉਹ ਜ਼ਿਆਦਾ ਨਹੀਂ ਆਉਂਦੀ। ਅਤੇ ਇਹ ਜਿਹੜਾ ਪੀਰੀਅਡ ਆ, ਯਾਨੀ ਕਿ ਜਿਹੜਾ 11 ਤੋਂ ਲੈ ਕੇ, ਜਾਂ ਕਹਿ ਲਓ ਕਿ 11 ਦੇ ਵਿੱਚ ਸਟਾਰਟ ਹੁੰਦੀਆਂ ਚੇਂਜਿਸ ਆਉਣੀਆਂ, 13 ਤੋਂ ਲੈ ਕੇ 18-19 ਸਾਲ ਤੱਕ ਦਾ ਜਿਹੜਾ ਟਾਈਮ ਪੀਰੀਅਡ ਆ ਉਹਨਾਂ ਨੂੰ ਅਡੋਲਸੈਂਟਸ ਵੀ ਕਹਿੰਦੇ ਆ। ਉਹਨਾਂ ਬੱਚਿਆਂ ਨੂੰ ਜਿਹੜੇ 13 ਤੋਂ 19 ਸਾਲ ਦੇ ਵਿਚਲੇ ਬੱਚੇ ਹੁੰਦੇ ਆ ਉਹਨਾਂ ਨੂੰ ਅਡੋਲਸੈਂਟਸ ਵੀ ਕਹਿੰਦੇ ਆ,
ਜਾਂ ਉਹਨਾਂ ਨੂੰ ਟੀਨੇਜਰਸ ਵੀ ਕਹਿੰਦੇ ਆ। ਗਰਲਸ ਦੇ ਵਿੱਚ ਜਿਹੜੀ ਅਡੋਲਸੈਂਸ ਆ, ਯਾਨੀ ਕਿ ਗਰਲਸ ਦੇ ਵਿੱਚ ਜਿਹੜੀ ਚੇਂਜਿਸ ਆਉਂਦੀਆਂ ਉਹਨਾਂ ਦੀ ਬਾਡੀ ਦੇ ਵਿੱਚ, ਉਹ ਬੁਆਇਜ਼ ਦੇ ਨਾਲੋਂ 1 ਜਾਂ 2 ਸਾਲ ਪਹਿਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਿਵੇਂ ਮੰਨ ਲਓ ਜੇ ਮੁੰਡੇ ਦੇ ਵਿੱਚ 13 ਸਾਲ ਤੋਂ ਸ਼ੁਰੂ ਹੋ ਰਹੀਆਂ ਅਤੇ ਲੜਕੀ ਦੇ ਵਿੱਚ 11 ਸਾਲ ਤੋਂ ਚੇਂਜਿਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਹ ਜਿਹੜਾ ਪੀਰੀਅਡ ਆਫ ਅਡੋਲਸੈਂਸ ਆ, ਇਹ ਪਰਸਨ ਟੂ ਪਰਸਨ ਵੇਰੀ ਵੀ ਕਰਦਾ। ਮਤਲਬ ਇਹ ਨਹੀਂ ਕਿ ਸਾਰਿਆਂ ਦੀਆਂ ਜਿਹੜੀਆਂ ਚੇਂਜਿਸ ਆ ਬਾਡੀ ਦੇ ਵਿੱਚ ਉਹ ਇੱਕੋ ਸਾਲ ਜੇ ਸਾਰਿਆਂ ਨੂੰ 11 ਸਾਲ 'ਚ ਅਤੇ 11 ਸਾਲ ਵਿੱਚ ਹੀ ਹੋਣਗੀਆਂ, ਨਹੀਂ, ਇਹ ਵੇਰੀ ਕਰਦੀਆਂ। ਯਾਨੀ ਕਿ ਕਿਸੇ ਬੱਚੇ ਦੇ ਵਿੱਚ ਚੇਂਜਿਸ 11 ਸਾਲ ਤੋਂ ਸ਼ੁਰੂ ਹੋ ਜਾਣਗੀਆਂ, ਕਿਸੇ ਦੇ ਵਿੱਚ 12 ਦੇ, ਇਸ ਤਰ੍ਹਾਂ। ਮਤਲਬ ਇਹ ਵੇਰੀ ਕਰਦਾ ਵਾ ਪੀਰੀਅਡ। ਕਿਹੜਾ ਪੀਰੀਅਡ? ਅਡੋਲਸੈਂਸ ਪੀਰੀਅਡ। ਹੁਣ ਪਿਊਬਰਟੀ ਕੀ ਆ? ਅਡੋਲਸੈਂਸ ਅਤੇ ਪਿਊਬਰਟੀ ਨੂੰ ਆਪਾਂ ਪੰਜਾਬੀ ਦੇ ਵਿੱਚ ਜੇਕਰ ਗੱਲ ਕਰੀਏ ਇਹਨਾਂ ਦੇ ਮੀਨਿੰਗ, ਤੇ ਜਵਾਨੀ ਵੀ ਕਹਿ ਦਿੱਤੀ ਜਾਂਦਾ ਇਹਨੂੰ। ਦਾ ਹਿਊਮਨ ਬਾਡੀ ਜਿਹੜੀ ਆ, ਹੁਣ ਇਹਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆਉਂਦੀਆਂ। ਆਪਾਂ ਪੜ੍ਹਿਆ ਕਿ ਕਦੋਂ ਆਉਂਦੀਆਂ ਚੇਂਜਿਸ? ਡਿਊਰਿੰਗ ਅਡੋਲਸੈਂਸ। ਹੁਣ ਅਡੋਲਸੈਂਸ ਮੈਂ ਬੜਾ ਕਲੀਅਰ ਕਰ ਦਿੱਤਾ ਤੁਹਾਨੂੰ ਇੱਥੇ ਕਿ ਜਿਹੜੀਆਂ ਹਿਊਮਨ ਬਾਡੀ ਦੇ ਵਿੱਚ ਚੇਂਜਿਸ ਆਉਂਦੀਆਂ ਕਦੋਂ? ਅਡੋਲਸੈਂਸ ਦੇ ਟਾਈਮ 'ਤੇ। ਉਹ ਜਿਹੜੀਆਂ ਚੇਂਜਿਸ ਆ ਫਿਰ ਕੀ ਦੱਸਦੀਆਂ ਵਾ ਕਿ ਪਿਊਬਰਟੀ ਦੀ ਸ਼ੁਰੂਆਤ ਹੋ ਚੁੱਕੀ ਆ, ਯਾਨੀ ਕਿ ਔਨਸੈਟ ਆਫ ਪਿਊਬਰਟੀ, ਕਿ ਬੱਚਾ ਜਿਹੜਾ ਵਾ ਉਹ ਮੈਚਿਓਰ ਹੋ ਗਿਆ, ਉਹ ਅਡਲਟ ਹੋ ਗਿਆ, ਉਹ ਜਵਾਨੀ 'ਚ ਉਹਨੇ ਪੈਰ ਰੱਖ ਲਿਆ। ਹੁਣ ਜਿਹੜੀਆਂ ਮੋਸਟ ਇੰਪੋਰਟੈਂਟ ਚੇਂਜਿਸ ਆ ਕਿ ਜਿਹੜੀਆਂ ਪਿਊਬਰਟੀ ਦੱਸਦੀਆਂ ਵਾ ਕਿ ਬੱਚਾ ਜਿਹੜਾ ਵਾ ਉਹਦੇ 'ਚ ਪਿਊਬਰਟੀ ਆ ਚੁੱਕੀ ਆ, ਉਹ ਕੀ ਆ? ਉਹ ਚੇਂਜ, ਉਹ ਬਦਲਾਅ, ਸਭ ਤੋਂ ਮੇਨ ਜਿਹੜਾ ਬਦਲਾਅ ਉਹ ਕੀ ਆ ਕਿ ਬੁਆਇਜ਼ ਅਤੇ ਗਰਲਸ ਜਿਹੜੇ ਆ ਉਹ ਰੀਪਰੋਡਕਸ਼ਨ ਦੇ ਯੋਗ ਹੋ ਜਾਂਦੇ ਆ। ਯਾਨੀ ਕਿ ਬੁਆਇਜ਼ ਦਾ ਜਿਹੜਾ ਰੀਪਰੋਡਕਟਿਵ ਆਰਗਨ ਆ ਉਹ ਜਿਹੜਾ ਰੀਪਰੋਡਕਟਿਵ ਆਰਗਨ ਟੈਸਟਿਸ ਆ ਉਹ ਸਪਰਮ ਪੈਦਾ ਕਰਨੇ ਸ਼ੁਰੂ ਕਰਦੇ, ਅਤੇ ਗਰਲਸ ਦੀ ਓਵਰੀਜ਼ ਜਿਹੜੀਆਂ ਵਾ ਉਹ ਐਗ ਪੈਦਾ ਕਰਨੇ ਸ਼ੁਰੂ ਕਰਦੇ। ਉਹ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਮੇਨ ਚੇਂਜ ਆ ਡਿਊਰਿੰਗ ਪਿਊਬਰਟੀ, ਯਾਨੀ ਕਿ ਪਿਊਬਰਟੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਹੁਣ ਪਿਊਬਰਟੀ ਐਂਡ ਕਦੋਂ ਹੁੰਦੀ ਆ? ਜਦੋਂ ਇੱਕ ਅਡੋਲਸੈਂਟ ਰੀਚਿਸ ਰੀਪਰੋਡਕਟਿਵ ਮੈਚਿਓਰਿਟੀ, ਯਾਨੀ ਕਿ ਜਦੋਂ ਅਡੋਲਸੈਂਟ ਰੀਪਰੋਡਿਊਸ ਕਰਨ ਦੇ ਕੈਪੇਬਲ ਹੋ ਜਾਂਦਾ ਵਾ, ਉਹਦੇ 'ਚ ਰੀਪਰੋਡਕਟਿਵ ਮੈਚਿਓਰਿਟੀ ਆ ਜਾਂਦੀ ਆ, ਉਸ ਟਰਮ ਨੂੰ ਅਸੀਂ ਕੀ ਕਹਿੰਦੇ ਆ? ਪਿਊਬਰਟੀ। ਹੁਣ ਪਿਊਬਰਟੀ ਦੇ ਦੌਰਾਨ ਜਿਵੇਂ ਆਪਾਂ ਗੱਲ ਕੀਤੀ ਕਿ ਜਿਹੜਾ ਪਹੇਲੀ ਅਤੇ ਬੂਝੋ ਆ, ਉਹਨਾਂ ਰਿਅਲਾਈਜ਼ ਕੀਤਾ ਕਿ ਬੱਚਿਆਂ ਦੀ ਹਾਈਟ ਜਿਹੜੀ ਇੱਕਦਮ ਵੱਧ ਜਾਂਦੀ ਆ, ਜਾਂ ਉਹਨਾਂ ਦੇ ਲਿਪਸ ਦੇ ਉੱਪਰ ਹੇਅਰੀ ਲਾਈਨ ਆ ਜਾਂਦੀ ਆ। ਅਤੇ ਇਹਨਾਂ ਤੋਂ ਇਲਾਵਾ ਵੀ ਕੀ ਕੋਈ ਹੋਰ ਚੇਂਜਿਸ ਹੁੰਦੀਆਂ ਜਿਹੜੀਆਂ ਪਿਊਬਰਟੀ ਦੇ ਦੌਰਾਨ ਹੁੰਦੀਆਂ ਵਾ? These changes we will discuss in next video. Thank you.